ਸਾਂਝਾ ਮੁੱਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ ਅਸੀਂ ਪਹੁੰਚੇ ਹਾਂ ਕਿਸ਼ਨਗੜ੍ਹ, ਜਿੱਥੇ ਜੱਟ ਮਹਾਸਭਾ ਵੱਲੋਂ ਇੱਕ ਛੋਟੀ ਸ਼ਰਧਾਂਜਲੀ ਸਮਾਰੋਹ ਰੱਖਿਆ ਗਿਆ ਆ। ਜਿੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਆਪਣਾ ਲਾਲ ਬਹਾਦਰ ਸ਼ਾਸਤਰੀ ਜੀ ਤੇ ਗਾਂਧੀ ਜੀ ਨੂੰ ਜਿੱਥੇ ਇਹਨਾਂ ਨੇ ਸ਼ਰਧਾ ਸੁਮਨ ਭੇਟ ਕੀਤੇ ਨੇ, ਉੱਥੇ ਹੀ ਅੱਜ ਸਾਡੇ ਨਾਲ ਕਾਫੀ ਹੱਦ ਤੱਕ ਜਨਤਾ ਜਿਹੜੀ ਮੌਜੂਦ ਹੈਗੀ, ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਦੇ ਹਾਂ ਕਿ ਇਹ ਜਿਹੜੀ ਸਭਾ ਦਾ ਅਰੇਂਜ ਕੀਤਾ ਆ ਉਹਨਾਂ ਨੇ, ਇਹ ਕਿਸ ਕਰਕੇ ਰੱਖਿਆ ਆ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਭਾਜੀ? ਮੇਰਾ ਨਾਮ ਜਸਪ੍ਰੀਤ ਸਿੰਘ, ਮੈਂ ਆਲ ਇੰਡੀਆ ਜੱਟ ਮਹਾਸਭਾ ਵੱਲੋਂ ਆਦਮਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸੋ ਅੱਜ ਜਿਹੜੀ ਇਹ ਸਭਾ ਰੱਖੀ ਗਈ ਹੈ ਸਾਡੇ ਲਾਲ ਬਹਾਦਰ ਸ਼ਾਸਤਰੀ ਜੀ ਨੂੰ, ਤੇ ਅਸੀਂ ਸਾਡੇ ਜੋ ਰਾਸ਼ਟਰਪਿਤਾ ਨੇ ਗਾਂਧੀ ਜੀ ਨੂੰ ਯਾਦ ਕਰ ਰਹੇ ਹਾਂ। ਸੋ ਇਹਦਾ ਮਕਸਦ ਇਹ ਹੈ ਕਿ ਜੋ ਅੱਜ ਅਜੋਕੇ ਸਮੇਂ ਦੇ ਵਿੱਚ ਜੋ ਸੈਂਟਰ ਦੀ ਗੌਰਮੈਂਟ ਇਸ ਟਾਈਮ ਕਿਸਾਨਾਂ ਦੇ ਉੱਤੇ ਤਸ਼ੱਦਦ ਢਾ ਰਹੀ ਹੈ, ਸੋ ਗਾਂਧੀ ਨੂੰ ਯਾਦ ਕਰਦੇ ਹੋਏ ਇਹਨਾਂ ਦੀ ਜੋ ਡਾਂਡੀ ਮਾਰਚ ਹੈ ਉਹ ਸਾਨੂੰ ਯਾਦ ਆ ਰਹੀ ਹੈ ਕਿ ਉਹਨਾਂ ਨੇ ਹਿੰਦੁਸਤਾਨ ਦੇ ਲੂਣ ਦੇ ਹੱਕ ਲਈ ਡਾਂਡੀ ਮਾਰਚ ਕੀਤੀ ਸੀ। ਸੋ ਸਾਨੂੰ ਲੱਗਦਾ ਹੈ ਕਿ ਸਾਨੂੰ ਸਾਡੇ ਕਿਸਾਨਾਂ ਦੇ ਹੱਕ ਲਈ ਦਿੱਲੀ ਤੱਕ ਗਾਂਧੀ ਜੀ ਦੇ ਪੂਰਨਿਆਂ 'ਤੇ ਚੱਲਦੇ ਹੋਏ ਮਾਰਚ ਕਰਕੇ ਆਪਣੇ ਹੱਕ ਲੈਣੇ ਪੈਣਗੇ। ਸੋ ਉਸ ਤੋਂ ਬਾਅਦ ਮੈਂ ਗੱਲ ਕਰਾਂ ਸਾਡੇ ਦੂਜੀ ਸ਼ਖਸੀਅਤ ਜਿਹੜੇ ਹੈਗੇ ਨੇ ਲਾਲ ਬਹਾਦਰ ਸ਼ਾਸਤਰੀ ਜੀ। ਸੋ ਸ਼ਾਸਤਰੀ ਜੀ ਦਾ ਸਾਰਾ ਜੀਵਨ ਤੇ ਸੰਘਰਸ਼ ਮਿਲ ਕੇ ਚੱਲਿਆ ਆ। ਜਿੰਨਾ ਸ਼ਾਸਤਰੀ ਜੀ ਨੇ ਸੰਘਰਸ਼ ਕੀਤਾ ਜ਼ਿੰਦਗੀ ਦੇ ਵਿੱਚ, ਉਹਨਾਂ ਕਿਸੇ ਹੋਰ ਨੇ ਕੀਤਾ ਨਹੀਂ ਹੋਏਗਾ। ਇਹਨਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ। 65 ਦੀ ਜੰਗ ਦੇ ਵਿੱਚ ਹਿੰਦੁਸਤਾਨ ਨੂੰ ਫਤਿਹ ਦਵਾਈ। ਉਸ ਤੋਂ ਬਾਅਦ 'ਚੋਂ ਕਿਸਾਨਾਂ ਦਾ ਮੋਰਲ ਥੱਲੇ ਨਾ ਜਾਵੇ, ਕਿਸਾਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਰਵੇ, ਇਹਨਾਂ ਨੇ ਉਹਨਾਂ ਦੇ ਹੱਕ 'ਚ ਨਾਅਰਾ ਦਿੱਤਾ। ਅਤੇ ਇੱਕ ਟਾਈਮ ਐਸਾ ਆਇਆ ਸੀ ਕਿ ਜਦੋਂ ਸਾਡੇ ਹਿੰਦੁਸਤਾਨ ਦੇ ਵਿੱਚ ਅਨਾਜ ਦੀ ਘਾਟ ਸੀਗੀ, ਤਾਂ ਇਹਨਾਂ ਨੇ ਪ੍ਰਧਾਨ ਮੰਤਰੀ ਨਿਵਾਸ ਦੇ ਵਿੱਚ ਗਾਰਡਨ ਦੇ ਵਿੱਚ ਜੋ ਹੈ ਕਣਕ ਦੀ ਖੇਤੀ ਕਰਕੇ ਇੱਕ ਸੁਨੇਹਾ ਦਿੱਤਾ ਸੀ ਤੇ ਇੱਕ ਕਿਸਾਨ ਨੂੰ ਸਮਰਥਨ ਕੀਤਾ ਸੀਗਾ। ਜੋ ਉਹੀ ਅੱਜ ਪ੍ਰਧਾਨ ਮੰਤਰੀ ਨਿਵਾਸ ਸਾਡੇ ਕਿਸਾਨਾਂ ਦਾ ਦੁਸ਼ਮਣ ਬਣ ਚੁੱਕਾ ਆ। ਉਹਨਾਂ ਦੇ ਸਿਰ 'ਤੇ ਜੋ ਨਸ਼ਾ ਚੜ੍ਹ ਗਿਆ ਆ, ਉਹ ਜੋ ਇੱਕ ਸਧਾਰਨ ਪਰਿਵਾਰ 'ਚੋਂ ਆਏ ਸ਼ਾਸਤਰੀ ਜੀ ਨੇ ਜੋ ਸਾਡੇ ਕਿਸਾਨਾਂ ਲਈ ਕੀਤਾ ਸੀ, ਉਹਨੂੰ ਬਿਲਕੁਲ ਭੁੱਲ ਚੁੱਕੇ ਆ। ਸੋ ਅਸੀਂ ਚਾਹੁੰਦੇ ਹਾਂ ਕਿ ਜੋ ਸਾਡੇ ਸ਼ਾਸਤਰੀ ਜੀ ਦੀ ਨੀਤੀ ਸੀਗੀ, ਉਹ ਭਾਵੇਂ ਕਿ ਕਿਸਾਨ ਨੇਤਾ ਨਹੀਂ ਸਨ ਪੂਰੇ ਮੁਲਕ ਦੇ, ਬਟ ਉਹਨਾਂ ਨੇ ਜੋ ਕਿਸਾਨਾਂ ਪ੍ਰਤੀ ਉਹਨਾਂ ਨੇ ਆਪਣਾ ਜੀਵਨ ਸਮਰਪਿਤ ਕੀਤਾ ਆ, ਜੋ ਉਹਨਾਂ ਨੇ ਕਿਸਾਨਾਂ ਲਈ ਆਪਣਾ ਰੁਝਾਨ ਦਿਖਾਇਆ ਆ। ਜੱਟ ਮਹਾਸਭਾ ਉਹਨਾਂ ਦੇ ਪੂਰਨ ਜੀਵਨ ਨੂੰ ਇਸ ਟਾਈਮ ਸ਼ਰਧਾ ਭੇਂਟ ਕਰਦੀ ਹੈ ਅਤੇ ਉਹਨਾਂ ਨੂੰ ਯਾਦ ਕਰਦੀ ਹੋਈ ਅੱਜ ਇਹ ਸਭਾ ਰੱਖਦੀ ਹੈ ਅਤੇ ਉਮੀਦ ਕਰਦੀ ਹੈ ਕਿ ਜੋ ਸੈਂਟਰ ਦੀ ਮੋਦੀ ਸਰਕਾਰ ਹੈ, ਉਹ ਉਹਨਾਂ ਦੇ ਅੱਜ ਦਾ ਦਿਨ ਨੂੰ ਇਹ ਆਪਣੇ ਧਿਆਨ 'ਚ ਰੱਖਦੇ ਹੋਏ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲੇ ਲੈ ਕੇ ਆਏਗੀ। ਮੈਂ ਭਾਜੀ ਇੱਕ ਚੀਜ਼ ਪੁੱਛਣਾ ਚਾਹੂੰਗਾ ਕਿ ਜਿਹੜੇ ਪਹਿਲਾਂ 1 ਅਕਤੂਬਰ ਦੀ ਕਾਲ ਦਿੱਤੀ ਗਈ ਸੀਗੀ ਵੀ ਸਾਰਿਆਂ ਨੇ ਦਿੱਲੀ ਕੂਚ ਕਰਨਾ ਆ, ਪਰ ਕੱਲ੍ਹ ਆਪਾਂ ਬੀਤੇ ਕੱਲ੍ਹ 'ਚ ਦੇਖਿਆ ਕਿ ਬੀਬੀ ਹਰਸਿਮਰਤ ਕੌਰ ਨੇ ਵੀ ਬਹੁਤ ਵੱਡਾ ਇਕੱਠ ਕੀਤਾ। ਉਹ ਜ਼ੀਰਕਪੁਰ ਜਾ ਵੜੇ। ਇੱਧਰੋਂ ਆਪਣਾ ਅੰਮ੍ਰਿਤਸਰ ਤੋਂ ਆਪਣਾ ਸੁਖਬੀਰ ਬਾਦਲ ਜੀ ਚੱਲੇ, ਉਹ ਵੀ ਚੰਡੀਗੜ੍ਹ ਪਹੁੰਚਣ ਦੀ ਫਿਰਾਕ ਦੇ ਵਿੱਚ ਸਨ, ਪਰ ਉਹ ਥੋੜ੍ਹਾ ਲੇਟ ਹੋ ਗਏ। ਪਰ ਰਾਤ ਨੂੰ ਉਹਨਾਂ ਦੀ ਅਰੈਸਟ ਵੀ ਪਾਈ ਗਈ। ਇਸ ਸਾਰੇ ਪ੍ਰੋਗਰਾਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਇਹ ਜੋ ਸਿਆਸੀ ਲੋਕਾਂ ਦੀ ਜੋ ਸਿਆਸੀ ਗਰਾਊਂਡ ਗਵਾ ਚੁੱਕੇ ਨੇ, ਉਹਨਾਂ ਨੂੰ ਦੁਬਾਰਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕਿਸਾਨਾਂ ਦਾ ਉਹਨਾਂ ਨੂੰ ਕੋਈ ਮਤਲਬ ਨਹੀਂ। ਜੇ ਕਿਸਾਨਾਂ ਨਾਲ ਮਤਲਬ ਹੋਵੇ ਤਾਂ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ, ਨਾ ਕਿ ਆਪਣੇ ਵੱਖੋ ਵੱਖਰੇ ਰਸਤੇ ਅਪਣਾ ਕੇ ਆਪਣੀ ਸਿਆਸੀ ਜ਼ਮੀਨ ਨੂੰ ਦੁਬਾਰਾ ਹਾਸਲ ਕਰਨ। ਜੇ ਦੇਖਿਆ ਜਾਵੇ ਤਾਂ ਇੱਕ ਵੱਡਾ ਹਜੂਮ ਉਹਨਾਂ ਦੇ ਨਾਲ ਸੀ। ਟਰੈਕਟਰ ਵੀ ਭਾਵੇਂ ਤੋਰੇ ਗਏ, ਪਰ ਉਹ ਕਿਸਾਨੀ ਨਾਲ ਸੀ ਕਿ ਉਹਨਾਂ ਦੇ ਆਪਣੇ ਜਿਹੜੇ ਤੁਸੀਂ ਕਹਿ ਸਕਦੇ ਹੋ ਪਾਰਟੀ ਵਰਕਰ ਸੀ? ਦੇਖੋ ਜੀ, ਜੇ ਉਹਨਾਂ ਨੂੰ ਕਿਸਾਨੀ ਨਾਲ ਸੀ, ਉਹਨਾਂ ਨੂੰ ਇੱਕ ਜੇ ਦੇਖਿਆ ਜਾਵੇ ਤਾਂ ਮੋਦੀ ਸਰਕਾਰ ਦੇ ਵਿੱਚ ਉਹ ਹਿੱਸੇਦਾਰ ਸਨ। ਉਹਨਾਂ ਨੇ ਇੰਨਾ ਚਿਰ ਪਹਿਲਾਂ 2-3 ਮਹੀਨੇ ਆਪਾਂ ਦੇਖਿਆ, ਉਹਨਾਂ ਨੇ ਇਸ ਆਰਡੀਨੈਂਸ ਦੀ ਪੂਰੀ ਵਕਾਲਤ ਕੀਤੀ। ਉਸ ਤੋਂ ਬਾਅਦ 'ਚੋਂ ਇਹ ਜੋ ਹੈਗਾ ਆ ਕਿ ਉਹਦੇ ਜਦੋਂ ਉਹਨਾਂ ਨੇ ਦੇਖਿਆ ਕਿ ਕਿਸਾਨਾਂ ਦਾ ਰੂਹ ਦੇਖਦੇ ਹੋਏ ਉਹਨਾਂ ਨੇ ਆਪਣਾ ਪੱਲਾ ਜਿਹੜਾ ਆ ਦੂਸਰੇ ਪਾਸੇ ਕਰ ਲਿਆ। ਸੋ ਮੈਂ ਇਸ ਬਾਰੇ ਬਹੁਤਾ ਕੁਛ ਨਾ ਕਹਿੰਦਾ ਹੋਇਆ, ਲੋਕ ਬਹੁਤ ਸਿਆਣੇ ਹੋ ਚੁੱਕੇ ਨੇ, ਵੋਟਰ ਬਹੁਤ ਸਿਆਣਾ ਹੈਗਾ ਆ, ਉਹਨੂੰ ਪਤਾ ਹੈ ਕਿ ਉਹਨੇ ਕੇਸ ਦਾ ਸਾਥ ਦੇਣਾ, ਕੇਸ ਦਾ ਸਾਥ ਨਹੀਂ ਦੇਣਾ। ਅਸੀਂ ਇਸ ਸਿਆਸਤ ਤੋਂ ਪਰੇ ਹੁੰਦੇ ਹੋਏ ਅਸੀਂ ਕਿਸਾਨਾਂ ਦੇ ਨਾਲ ਖੜ੍ਹੇ ਹਾਂ ਅਤੇ ਕਿਸਾਨਾਂ ਦੇ ਹੱਕ ਲਈ ਹਮੇਸ਼ਾ ਲੜਾਂਗੇ। ਸਾਨੂੰ ਪਾਰਟੀਵਾਦੀ ਨਾਲ ਨਹੀਂ ਹੈਗਾ, ਸਾਨੂੰ ਕਿਸਾਨਾਂ ਦੇ ਹੱਕਾਂ ਦੇ ਨਾਲ ਹੈ। ਸਾਡੇ ਵੱਲੋਂ ਜੇ ਉਹ ਦਿੱਲੀ ਨੂੰ ਕੂਚ ਕਰਨਗੇ, 21 ਜੋ ਸਾਡੀਆਂ 31 ਜਥੇਬੰਦੀਆਂ ਹੈਗੀਆਂ ਕਿਸਾਨਾਂ ਦੀਆਂ, ਉਹਨਾਂ ਦੇ ਨਾਲ ਮਿਲ ਕੇ ਅਸੀਂ ਸਮਰਥਨ ਕਰਾਂਗੇ ਕਿਸਾਨਾਂ ਦਾ। ਕਦੋਂ ਤੱਕ ਦਾ ਪ੍ਰੋਗਰਾਮ ਹੈਗਾ ਦਿੱਲੀ ਕੂਚ ਕਰਨ ਦਾ? ਦੇਖੋ ਜੀ, ਇਹ ਤਾਂ ਹਾਲੇ ਸਾਨੂੰ ਜਦੋਂ ਉੱਪਰੋਂ ਆਦੇਸ਼ ਆਉਣਗੇ ਕਿਸਾਨ ਜਥੇਬੰਦੀਆਂ ਵੱਲੋਂ, ਜਿੱਦਣ ਦੀ ਸਾਡੀ ਡਿਊਟੀ ਲੱਗੇਗੀ, ਅਸੀਂ ਉਸ ਦਿਨ ਨੂੰ ਤੁਹਾਨੂੰ ਪ੍ਰੋਗਰਾਮ ਜਿਹੜਾ ਦੱਸ ਦਿੱਤਾ ਜਾਏ। ਤੁਹਾਨੂੰ ਨਹੀਂ ਲੱਗ ਰਿਹਾ ਕਿ ਇਹ ਕਿਤੇ ਨਾ ਕਿਤੇ ਪ੍ਰੋਗਰਾਮ ਢਿੱਲਾ ਪੈਂਦਾ ਜਾ ਰਿਹਾ? ਕਿਉਂਕਿ ਜਿਸ ਜੋਸ਼ ਦੇ ਨਾਲ ਕਿਸਾਨ ਸ਼ੁਰੂ ਹੋਏ ਸੀਗੇ, ਰਸਤੇ ਰੋਕੇ ਗਏ ਸੀ, ਪੰਜਾਬ ਬੰਦ ਦੀ ਕਾਲ ਹੋਈ ਸੀਗੀ, ਉਦੋਂ ਵੀ ਸਾਰਿਆਂ ਨੇ ਦੇਖਿਆ ਕਿ ਪੂਰਾ ਪੰਜਾਬ ਕਿਸਾਨਾਂ ਦੇ ਨਾਲ ਸੀ, ਪਰ ਕਿਤੇ ਨਾ ਕਿਤੇ ਇਹ ਪ੍ਰੋਗਰਾਮ ਢਿੱਲਾ ਪੈਂਦਾ ਜਾ ਰਿਹਾ। ਦੇਖੋ ਜੀ, ਇਹ ਢਿੱਲਾ
ਤਾਂ ਕਰਕੇ ਲੱਗ ਰਿਹਾ ਕਿਉਂਕਿ ਮੀਡੀਆ ਨੇ ਕਵਰ ਕਰਨਾ ਥੋੜਾ ਜੋ ਨੈਸ਼ਨਲ ਮੀਡੀਆ ਆ ਉਹ ਕਵਰ ਨਹੀਂ ਕਰ ਰਿਹਾ, ਜੋ ਤੁਹਾਡੇ ਵਰਗੇ ਜੋ ਅਸਲ ਮੀਡੀਆ ਕਵਰ ਕਰ ਰਿਹਾ। ਸੋ ਇਸ ਕਰਕੇ ਥੋੜਾ ਜਿਹਾ ਦਿੱਕਤ ਆ ਰਹੀ ਹੈ। ਬਾਕੀ ਸੰਘਰਸ਼ ਉਸੇ ਤਰ੍ਹਾਂ ਚੱਲੇਗਾ। ਕਈ ਵਾਰੀ ਸੰਘਰਸ਼ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ, ਪਰ ਜਦੋਂ ਇੱਕ ਵਾਰੀ ਸੰਘਰਸ਼ ਸ਼ੁਰੂ ਹੋ ਜਾਵੇ ਉਹ ਕਿਸੇ ਨਾ ਕਿਸੇ ਬੰਨੇ ਸਿਰੇ ਲੱਗ ਕੇ ਰਹਿੰਦਾ ਹੁੰਦਾ ਹੈ। ਹਾਂਜੀ ਭਾਈ, ਤੁਹਾਡਾ ਕੀ ਨਾਮ ਹੈ? ਮੇਰਾ ਜੀ ਸੁਖਵੀਰ ਸਿੰਘ। ਅੱਛਾ, ਤੁਸੀਂ ਜਿਹੜਾ ਇਹ ਸੰਘਰਸ਼ ਵਿੱਢਿਆ ਜਾ ਰਿਹਾ ਕਿਸਾਨਾਂ ਵੱਲੋਂ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜੀ, ਜਿਹੜਾ ਸੰਘਰਸ਼ ਇੱਥੇ ਹੋਇਆ, ਜਿਹੜਾ ਬਿੱਲ ਪਾਸ ਹੋਇਆ ਕਿ ਜਿਹੜਾ ਆਰਡੀਨੈਂਸ ਜਿਹੜਾ ਲਿਆ ਗਿਆ, ਬਿੱਲ ਨਹੀਂ ਸੀਗਾ, ਆਰਡੀਨੈਂਸ ਜਿਹੜਾ ਲਿਆ ਕੇ ਪਾਸ ਕੀਤਾ ਗਿਆ ਪਾਰਲੀਮੈਂਟ ਤੋਂ, ਤੇ ਜਿਹੜੇ ਕਿਸਾਨਾਂ ਦੇ ਇਹਦੇ ਵਿੱਚ ਰੱਖਿਆ ਗਿਆ, ਜਾਂ ਤਾਂ ਮੰਡੀ ਜਾਂ APMC ਐਕਟ ਬੰਦ ਕਰਨ ਨੂੰ ਕਿਹਾ ਗਿਆ, ਜਾਂ ਮੰਡੀ ਜਿਹੜੀ ਹੈਗੀ ਆ ਉਹ ਬੰਦ ਕਰਕੇ ਜਿਹੜਾ ਮੰਡੀ ਦਾ ਟੈਕਸ ਆ ਉਹ ਬਿਲਕੁਲ ਮਾਫ ਕਰਕੇ, ਮਤਲਬ ਇੱਕ ਤਰ੍ਹਾਂ ਦਾ ਮੰਡੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਦੇਖੋ ਉਹਦੇ ਵਿੱਚ ਕਿਆ ਹੈ ਕਿ ਜਿਹੜਾ ਥੋੜਾ ਜਿਹਾ ਭੁਲੇਖਾ ਇਸ ਹਿਸਾਬ ਨਾਲ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਕਿਸਾਨਾਂ ਨੂੰ ਇਹ ਪਾ ਰਹੀ ਹੈ ਕਿ ਤੁਸੀਂ ਆਪਣੀ ਫਸਲ ਹੁਣ ਕਿਸੇ ਨੂੰ ਵੀ ਵੇਚ ਸਕਦੇ ਹੋ। ਮਤਲਬ ਕਹਿਣ ਦਾ ਇਹ ਅਰਥ ਹੈ ਕਿ ਜਿਹੜਾ ਮੰਡੀ ਬੋਰਡ 'ਚ ਆੜ੍ਹਤੀਆ ਸੀਗਾ, ਪਹਿਲਾਂ ਲਾਇਸੈਂਸ ਲੈ ਕੇ ਬਹਿੰਦਾ ਸੀਗਾ, ਹੁਣ ਕਰਤਾ ਇਹਨਾਂ ਨੇ ਕਿ ਜਿਹੜਾ ਆਮ ਬੰਦਾ ਕੋਈ ਵੀ ਪੈਨ ਕਾਰਡ ਲੈ ਕੇ ਜਾਵੇ ਜੀ, ਉਹ ਫਸਲ ਖਰੀਦੂਗਾ, ਵੇਚੂਗਾ, ਮਤਲਬ ਆਪਣੇ ਹਿਸਾਬ ਨਾਲ ਰੇਟ ਦੇਵੇ। ਉਸ ਦੇ ਨਾਲ ਕਿਆ ਹੋਣਾ ਕਿ ਜਿਹੜੇ ਪ੍ਰਾਈਵੇਟ ਕਈ ਹੁਣ ਜਿਹੜੇ ਬੰਦੇ ਆ ਉਹਨਾਂ ਨੇ ਆਪਣੇ ਥੜੇ ਬਣਾ ਲੈਣੇ, ਬਾਹਰ ਬਣਾ ਲਏ। ਹੋ ਸਕਦਾ ਸਾਲ ਜਾਂ 1 ਸਾਲ ਤੁਹਾਨੂੰ ਰੇਟ ਮਿਲਣ, ਸੋਹਣੇ ਰੇਟ ਮਿਲਣ। ਹੌਲੀ ਹੌਲੀ ਕਿਆ ਹੋਣਾ, ਜਿਹੜਾ ਸਰਕਾਰੀ ਮੰਡੀ ਜਿੱਥੇ ਤੁਹਾਡਾ ਆਪਣਾ ਹੱਕ ਬਣਦਾ, ਜਿਹਦਾ ਸਰਕਾਰੀ ਜਗ੍ਹਾ ਹੈ, ਆਪਣੀ ਹੱਕ ਬਣਦੀ, ਆਪਣੀ ਚੀਜ਼ ਹੈ, ਉਹ ਚੀਜ਼ ਦਾ ਚਲਨ ਖਤਮ ਹੋ ਜਾਣਾ। ਜਿਸ ਦਿਨ ਮੰਡੀ ਦਾ ਚਲਨ ਖਤਮ ਹੋ ਗਿਆ, ਉਸ ਦਿਨ ਕਿਸਾਨਾਂ ਨੂੰ ਆਪਣੇ ਫਸਲ ਦਾ ਮੁੱਲ, ਆਪਣੀ ਸਬਜ਼ੀ ਦਾ, ਆਪਣੇ ਫਰੂਟ ਦਾ ਮੁੱਲ ਲੈਣਾ ਉਹ ਬਹੁਤ ਔਖਾ ਹੋ ਜਾਣਾ। ਇਸ ਕਰਕੇ ਅਸੀਂ ਕਾਂਗਰਸ ਪਾਰਟੀ ਵੱਲੋਂ ਸਾਡੇ ਕੈਪਟਨ ਸਾਹਿਬ ਜਾਂ ਸੈਂਟਰ ਤੋਂ ਵੀ ਰਾਹੁਲ ਗਾਂਧੀ ਹੋਣੀ ਇਹ ਜ਼ੋਰ ਲਾ ਰਹੇ ਹੈ ਕਿ ਇਸ ਬਿੱਲ ਦੇ ਵਿੱਚ ਜਾਂ ਤਾਂ ਗੌਰਮੈਂਟ ਆਰਡੀਨੈਂਸ ਹੁਣ ਲੈ ਕੇ ਆਈ, ਇੱਕ ਬਿੱਲ ਹੋਰ ਲੈ ਕੇ ਆਵੇ ਪਾਰਲੀਮੈਂਟ ਦੇ ਵਿੱਚ, ਉਹ ਕਹੇ ਕਿ MSP ਪੱਕੀ ਕਰੇ ਕਿ ਫਸਲ ਜਿਹੜੀ ਵੀ ਆਊਗੀ MSP ਤੋਂ ਥੱਲੇ ਨਹੀਂ ਵਿਕੂਗੀ, ਤੇ ਜਾਂ ਫਿਰ ਇਸ ਬਿੱਲ ਦੇ ਵਿੱਚ ਹੋਰ ਸ਼ੋਧ ਕੀਤੇ ਜਾਣ ਤੇ ਜਾਂ ਵਾਪਸ ਲਿਆ ਜਾਵੇ। ਆਰਡੀਨੈਂਸ ਤਾਂ ਜਿੱਦਾਂ ਪਾਸ ਹੋ ਚੁੱਕਿਆ, ਤੁਸੀਂ ਕਹਿ ਰਹੇ ਹੋ ਵੀ ਇਹ ਬਿੱਲਾਂ ਦੇ ਵਿੱਚ ਨਿਰਧਾਰਿਤ ਕੀਤਾ ਜਾਵੇ ਵੀ MSP ਜਿਹੜੀ ਹੈਗੀ ਪੱਕੇ ਤੌਰ ਤੇ ਜਿਹੜੀ ਹੈਗੀ ਉੱਥੇ ਫਿਕਸ ਕੀਤੀ ਜਾਵੇ। ਪਰ ਮੈਂ ਕਹਿੰਦਾ ਕਿ ਜੇ ਇਹ ਬਿੱਲ ਪਾਸ ਹੋ ਹੀ ਚੁੱਕੇ ਨੇ, ਜਿੱਦਾਂ ਕਿ ਹੁਣ ਤੁਹਾਨੂੰ ਵੀ ਪਤਾ ਵੀ ਇਹ ਘਰਾਣਿਆਂ ਦੇ ਕੋਲ ਇਹ ਜਿਹੜੀਆਂ ਫਸਲਾਂ ਦਾ ਚੱਕਰ ਹੈ ਸਾਰਾ ਘਰਾਣਿਆਂ ਤੇ ਡਿਪੈਂਡ ਹੋ ਜਾਏਗਾ। ਜੇ ਉਹ ਘਰਾਣੇ ਕਹਿਣਗੇ ਕਿ ਸਾਨੂੰ ਆਹ ਫਸਲ ਚਾਹੀਦੀ ਹੈ, ਜੇ ਪੰਜਾਬ ਦੇ ਵਿੱਚ ਉਹ ਨਹੀਂ ਹੋ ਸਕਦੀ ਤਾਂ ਉੱਥੇ ਪੰਜਾਬ ਦਾ ਕਿਸਾਨ ਕੀ ਕਰੇਗਾ? ਨਹੀਂ, ਇਦਾਂ ਤਾਂ ਨਹੀਂ ਹੋਣਾ ਕਿ ਜਿਹੜੀ ਫਸਲ ਆਪਣੀ ਹੋ ਹੀ ਨਹੀਂ ਸਕਦੀ। ਹੁਣ ਪੰਜਾਬ 'ਚ ਸੇਬ ਹੋ ਨਹੀਂ ਸਕਦਾ, ਹੁਣ ਰਿਲਾਇੰਸ ਆ ਕੇ ਕਹੇ ਜੇ ਸੇਬ ਵੇਚੋ, ਇਦਾਂ ਦਾ ਕੰਮ ਹੋਣਾ ਨਹੀਂ। ਜਿੱਦਾਂ ਅਡਾਨੀਆਂ ਨੇ ਆਪਣਾ ਸਾਈਲੋਜ਼ ਲਗਾਇਆ, ਉੱਥੇ 40 ਲੱਖ ਬੋਰੀਆਂ ਜਿਹੜੀਆਂ ਹੈਗੀਆਂ ਉਹ ਸਟੋਰ ਕਰ ਸਕਦੇ ਆ, ਔਰ ਸਟੋਰ ਕਰਨ ਦੇ ਲਈ ਵੀ ਸਿਰਫ ਉਹਨਾਂ ਨੇ 10 ਇੰਜੀਨੀਅਰ ਉੱਥੇ ਐਕਵਾਇਰ ਕੀਤੇ ਹੋਏ ਆ, ਬਾਕੀ ਸਾਰਾ ਕੰਮ ਮਸ਼ੀਨੀ ਹੈ। ਤੁਹਾਨੂੰ ਕੀ ਲੱਗਦਾ ਕਿ ਇਸ ਦੇ ਨਾਲ ਸਾਰੀ ਲੇਬਰ ਵਰਗ ਵੀ ਜਿਹੜੀ ਹੈਗੀ ਪ੍ਰਭਾਵਿਤ ਹੋ ਰਹੀ ਹੈ, ਤੇ ਉਹਨਾਂ ਦਾ ਕੀ ਭਵਿੱਖ ਹੈਗਾ ਫਿਰ? ਜਿਹੜੀ ਲੇਬਰ ਵਰਕ ਹੁਣ ਦੇਖੋ ਜੀ, ਪ੍ਰਾਈਵੇਟ ਦਾ ਜਿਹੜਾ ਇਨਫਰਾਸਟ੍ਰਕਚਰ ਉਹਨਾਂ ਦਾ ਆਪਣਾ ਹੈ, ਠੀਕ ਹੈ ਨਾ। ਅਸੀਂ ਪ੍ਰਾਈਵੇਟ ਦੇ ਕੰਮਕਾਜ ਦੇ ਉੱਤੇ ਟਿੱਕਾ ਟਿੱਪਣੀ ਨਹੀਂ ਕਰ ਸਕਦੇ ਕਿ ਉਹ ਮਸ਼ੀਨ ਲਾ ਕੇ ਕੰਮ ਕਰਦੇ ਆ ਜਾਂ ਲੇਬਰ ਘੱਟ ਲਿਆਉਂਦੇ ਜਾਂ ਵੱਧ ਲਿਆਉਂਦੇ, ਉਸ ਬਾਰੇ ਨਹੀਂ ਆਪਾਂ ਕੁਝ ਕਹਿ ਸਕਦੇ। ਉਹੀ ਤੁਹਾਨੂੰ ਕਹਿਣਾ ਚਾਹ ਰਿਹਾ ਸੀਗਾ ਕਿ ਹੁਣ ਜਿੱਥੇ ਆਪਾਂ ਇਹ ਕਹਿ ਸਕਦੇ ਕਿ ਚਲੋ ਦੇਖੋ ਸਮੇਂ ਦੇ ਹਿਸਾਬ ਨਾਲ ਸਮਾਂ ਬਦਲਦਾ ਆ ਜਿਹੜੀ ਫਸਲਾਂ ਆ ਰਹੀਆਂ ਪਹਿਲਾਂ ਥੋੜ੍ਹੀਆਂ ਆਉਂਦੀਆਂ ਸੀਗੀਆਂ, ਅਸੀਂ ਛੋਟੇ ਹੁੰਦੇ ਤੇ ਪੀਪੀਆਂ ਦੇ ਹਿਸਾਬ ਨਾਲ ਕਣਕ ਹੁੰਦੀ ਸੀਗੀ, ਫਿਰ ਹੌਲੀ ਹੌਲੀ ਕਣਕ ਦੀ ਪ੍ਰੋਡਕਸ਼ਨ, ਝੋਨੇ ਦੀ ਪ੍ਰੋਡਕਸ਼ਨ ਕੁਇੰਟਲਾਂ ਦੇ ਹਿਸਾਬ ਨਾਲ ਹੋਣ ਲੱਗ ਪਈ ਖੇਤਾਂ ਦੇ ਵਿੱਚੋਂ, ਉਹਦੀ ਹੈਂਡਲਿੰਗ ਵੀ ਹੋਣੀ ਆ। ਹੁਣ ਜੇ ਆਪਾਂ ਸਮੇਂ ਦੇ ਹਿਸਾਬ ਨਾਲ ਦੇਖੀਏ ਤਾਂ ਪੂਰੀ ਦੁਨੀਆ ਦੇ ਹਿਸਾਬ ਨਾਲ ਦੇਖੀਏ, ਉਸ ਹਿਸਾਬ ਨੂੰ ਆਪਾਂ ਹੈਂਡਲ ਕਰਨਾ, ਇੰਨੀ ਫਸਲ ਆਉਂਦੀ ਆ ਉਹ ਠੀਕ ਨਾਲ ਪੈਕ ਹੋਣ, ਕੁਆਲਿਟੀਦਾਰ ਪੈਕ ਹੋਣ। ਇਹ ਤਾਂ ਆਪਾਂ ਵੀ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੀ ਸਟੇਟ ਗੌਰਮੈਂਟ ਨੂੰ ਵੀ ਕਹਿੰਦੇ ਕਿ ਜਿਹੜੀ ਮੰਡੀ ਆ, ਮੰਡੀ ਨੂੰ ਵੀ ਮਤਲਬ ਡਿਵੈਲਪ ਕਰਨਾ ਚਾਹੀਦਾ, ਆਧੁਨਿਕ ਬਣਾਉਣਾ ਚਾਹੀਦਾ। ਮਤਲਬ ਮੈਂ ਉਹੀ ਤੁਹਾਨੂੰ ਕਹਿਣਾ ਚਾਹ ਰਿਹਾ ਸੀਗਾ, ਜਿੱਥੇ ਇਹ ਸਾਰੇ ਪ੍ਰਬੰਧ ਸਰਕਾਰ ਵੱਲੋਂ ਹੋਣੇ ਚਾਹੀਦੇ ਆ, ਸਰਕਾਰਾਂ ਜਿੱਥੇ ਇਹ ਸਾਰੇ ਕੰਮ ਸਾਂਭ ਸਕਦੀ ਹੈ, ਉਹ ਕਿਸੇ ਪ੍ਰਾਈਵੇਟ ਅਦਾਰੇ ਦੇ ਹੱਥ ਵਿੱਚ ਦੇਣਾ ਕੀ ਇਹ ਸੇਫ ਹੈ? ਨਹੀਂ, ਇਹ ਸੇਫ ਨਹੀਂ ਹੈ। ਪ੍ਰਾਈਵੇਟ ਅਦਾਰੇ ਦੇ ਵਿੱਚ ਦੇਣਾ ਉਹ ਸੇਫ ਨਹੀਂ ਹੈ। ਉਹਦੇ ਵਿੱਚ ਕਿਹਾ ਹੈ ਕਿ ਜਿਹੜਾ ਪ੍ਰਾਈਵੇਟ ਅਦਾਰੇ ਦੇ ਵਿੱਚ ਜੇ ਆਪਾਂ ਦੇ ਦਿੰਦੇ ਹਾਂ ਇਸ ਚੀਜ਼ ਨੂੰ, ਅਜੇ ਤਾਂ ਮਤਲਬ ਹੁਣ ਤੁਸੀਂ ਐਗਜ਼ਾਮਪਲ ਤੇ ਇੱਕ ਛੋਟਾ ਐਗਜ਼ਾਮਪਲ ਪਾਰਲੀਮੈਂਟ ਦੇ ਵਿੱਚ ਵੀ ਕਈ ਲੀਡਰਾਂ ਨੇ ਚੱਕਿਆ ਕਿ ਮਤਲਬ ਜੀਓ ਮੋਬਾਈਲ ਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਚੱਕਿਆ ਕਿ ਕਿੱਦਾਂ ਲੋਕਾਂ ਨੂੰ ਮੋਹ ਦੇ ਕੇ ਮਤਲਬ ਮੋਬਾਈਲ ਵੇਚਿਆ ਗਿਆ, ਕਨੈਕਸ਼ਨ ਵੇਚੇ ਗਏ, ਕਨੈਕਸ਼ਨ ਹੁਣ ਮਹਿੰਗੇ ਹੋ ਗਏ ਆ। ਤਾਂ ਉਹਦੇ ਵਿੱਚ ਕਿਹਾ ਉਹਨਾਂ ਦੇ ਨਾਲ ਹੋਰ ਵੀ ਜਿਹੜੀ ਕੰਪਨੀਆਂ ਸੀਗੀਆਂ ਉਹ ਮਤਲਬ ਕੰਪੀਟੀਟਿਵ ਸੀਗੀਆਂ, ਉਹ ਵੀ ਖਤਮ ਕਰ ਲਈਆਂ। ਤੇ ਜੇ ਹੁਣ ਕੱਲਾ ਆਪਾਂ ਪ੍ਰਾਈਵੇਟ ਅਦਾਰਿਆਂ ਨੂੰ ਦੇ ਕੇ ਮਤਲਬ ਇੱਕ ਕੰਪੀਟੀਟਿਵ ਇੱਕ ਸਰਕਾਰ ਨਾ ਹੋਵੇ, ਸਰਕਾਰ ਦਾ ਕਮ ਸੇ ਕਮ ਇਹ ਫੈਸਲਾ ਹੁੰਦਾ ਆ ਕਿ ਉਹ ਗਰੀਬ ਜਾਂ ਆਮ ਬੰਦੇ ਦੀ ਸੰਰਕਸ਼ਣ ਕਰਦੀ ਆ। ਜੇ ਕੋਈ ਗਲਤ ਫੈਸਲਾ ਹੋ ਜਾਂਦਾ, ਕੁਝ ਹੋ ਜਾਂਦਾ, ਜੇ ਕੱਲ ਪ੍ਰਾਈਵੇਟ ਧੱਕਾ ਕਰੂਗੀ ਫਿਰ ਆਪਾਂ ਕਿਹਦੇ ਕੋਲ ਜਾਣਾ? ਫਿਰ ਕਿਤੇ ਅੰਬਾਨੀ ਕੋਲ ਜਾਣਾ, ਅਡਾਨੀ ਕੋਲ ਜਾਣਾ ਕਿ ਟਾਟਾ ਕੋਲ ਜਾਣਾ? ਇਹ ਵੀ ਸਰਕਾਰ ਦੱਸੇ ਕਿ ਫਿਰ ਫੈਸਲਾ ਕੌਣ ਕਰੂਗਾ? ਇਹ ਬਿੱਲ ਜਿਹੜੇ ਪਾਸ ਕੀਤੇ ਆ, ਇਹ ਜਿਹੜੇ ਬਿੱਲ ਉੱਥੇ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਪਾਸ ਹੋ ਚੁੱਕੇ ਨੇ, ਉਹਦੇ ਵਿੱਚ ਹਜੇ ਤੱਕ MSP ਤਾਂ ਹੈ ਨਹੀਂ, ਪਰ ਸਿੱਧੇ ਤੌਰ ਤੇ ਮਤਲਬ ਤਾਂ ਉਹਦਾ ਇਹੀ ਸੀਗਾ ਵੀ ਜਿਹੜੇ ਪ੍ਰਾਈਵੇਟ ਘਰਾਣੇ ਹੈਗੇ ਆ ਜਾਂ ਪ੍ਰਾਈਵੇਟ ਵਪਾਰੀ ਹੈਗਾ ਉਹ ਕਿਸਾਨ ਦੀ ਫਸਲ ਚੱਕ ਸਕਦਾ ਆ। ਇਹਦੇ ਵਿੱਚ ਸਰਕਾਰ ਦਾ ਕਿਤੇ ਕੋਈ ਰੋਲ ਤਾਂ ਨਹੀਂ ਨਜ਼ਰ ਆ ਰਿਹਾ?
ਸਰਕਾਰ ਦਾ ਭਾਜੀ ਅਜੇ ਤੱਕ ਤਾਂ ਰੋਲ ਹੈਗਾ, ਫਿਲਹਾਲ ਤੱਕ ਤਾਂ ਰੋਲ ਹੈਗਾ ਉਹਦਾ। ਪਰ ਉਹਨਾਂ ਨੇ ਤਾਂ ਬਿੱਲ ਪਾਸ ਕਰ ਦਿੱਤੇ ਆ। ਨਹੀਂ ਉਹਨਾਂ ਨੇ ਵੀ ਪਾਸ ਕੀਤੇ ਆ, ਅਜੇ ਵੀ ਕਹਿ ਰਹੇ ਕਿ ਸਰਕਾਰ ਚੱਕੂਗੀ। ਉਹ ਇਹਨਾਂ ਨੇ ਪ੍ਰਾਈਵੇਟ ਖਰੀਦਦਾਰ ਵੀ ਵਿੱਚ ਪਾਏ ਆ ਕਿ ਤੁਸੀਂ ਵੀ ਖਰੀਦ ਸਕਦੇ ਹੋ। ਫਿਲਹਾਲ ਤਾਂ ਇਹ ਗਵਰਨਮੈਂਟ ਕਹਿ ਰਹੀ ਆ, ਪਰ ਸਾਡਾ ਇਹ ਕਹਿਣਾ ਹੈ ਕਿ ਗਵਰਨਮੈਂਟ ਜਿਹੜੀ ਹੈਗੀ ਆ, ਬੀਜੇਪੀ ਗਵਰਨਮੈਂਟ ਜਿਹੜੀ ਸੈਂਟਰ ਦੀ ਗਵਰਨਮੈਂਟ ਆ, ਇਸ ਆਰਡੀਨੈਂਸ ਦੇ ਨਾਲ ਇੱਕ ਬਿੱਲ ਲਿਆ ਕੇ ਇਸ ਗੱਲ ਨੂੰ ਪੱਕੀ ਕਰੇ ਕਿ ਜੇ ਤੁਸੀਂ ਪ੍ਰਾਈਵੇਟ ਅਦਾਰੇ ਵਿੱਚ ਵੜਨੇ ਆ, ਪਹਿਲੀ ਗੱਲ ਤਾਂ ਸਾਡੀ ਜਿਹੜੀ ਪੰਜਾਬ ਗਵਰਨਮੈਂਟ ਹੈ, ਅਸੀਂ ਮੰਡੀਕਰਨ ਬੰਦ ਜੇ ਕਰਨ ਦੀ ਸੈਂਟਰ ਜਿਹੜੀ ਗੱਲ ਕਹਿ ਰਹੀ ਉਸ ਦੇ ਬਿਲਕੁਲ ਖਿਲਾਫ ਹੈ। ਮੰਡੀਆਂ ਸਰਕਾਰੀ ਨਹੀਂ ਬੰਦ ਹੋਣੀ ਚਾਹੀਦੀ, ਬਿਲਕੁਲ ਨਹੀਂ ਬੰਦ ਹੋਣੀ ਚਾਹੀਦੀਆਂ। ਜੇ ਤੁਸੀਂ ਉਹਦੇ ਨਾਲ ਤੁਸੀਂ ਪ੍ਰਾਈਵੇਟ ਖਰੀਦਦਾਰ ਵਿੱਚ ਲੈ ਕੇ ਆ ਰਹੇ ਹੈ ਕਿ ਹਾਂ ਵੀ ਆਪਣਾ ਥੜਾ ਬਣਾਉਣ, ਆਪਣੇ ਗੋਦਾਮ ਬਣਾਉਣ, ਇਹ ਕਰਨ ਉਹ ਕਰਨ, ਤੇ ਇਹਦੇ ਲਈ ਸਾਡੀ ਇਹ ਸਭ ਤੋਂ ਵੱਡੀ ਡਿਮਾਂਡ ਆ ਕਿ ਪਹਿਲਾਂ MSP ਜਿਹੜੀ ਆ ਉਹ ਪੱਕੀ ਕਰਨ, ਇੱਕ ਬਿੱਲ ਲਿਆਉਣ ਤੇ ਇਹਨੂੰ ਵੀ ਪੱਕੀ ਕਰਨ, ਇਹਦਾ ਵੀ ਆਰਡੀਨੈਂਸ ਲਿਆਉਣ। ਜਿੱਦਾਂ ਇਹ ਕਰੋਨਾ ਦੇ ਆਹ ਮਹਾਕਾਲ ਦੇ ਵਿੱਚ ਇਹਦਾ ਆਰਡੀਨੈਂਸ ਤੁਸੀਂ ਰਾਸ਼ਟਰਪਤੀ ਤੋਂ ਤੁਸੀਂ ਆਰਡੀਨੈਂਸ ਲਿਆਏ ਥਰੂ ਇੰਨੀ ਐਮਰਜੈਂਸੀ ਸੈਂਟਰ ਨੂੰ ਪੈ ਗਈ, ਹੁਣ MSP ਦਾ ਵੀ ਆਰਡੀਨੈਂਸ ਲਿਆ ਕੇ ਐਮਰਜੈਂਸੀ ਦਿਖਾਉਣੇ ਆਪਣੀ। ਇਹ ਸੀਗੇ ਜਾਟ ਮਹਾਸਭਾ ਤੋਂ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਨੇ ਇਹ ਬਿੱਲ ਲਿਆਉਣ ਦੀ ਜਲਦਬਾਜ਼ੀ ਕੀਤੀ ਹੈ ਤਾਂ ਉਹ ਇਸ ਚੀਜ਼ 'ਚ ਵੀ ਜਲਦਬਾਜ਼ੀ ਦਿਖਾਉਣ ਕਿ ਜਿਹੜੀ MSP ਹੈਗੀ ਹੈ ਇਹਨਾਂ ਬਿੱਲਾਂ ਦੇ ਵਿੱਚ ਫਿਕਸ ਕੀਤੀ ਜਾਵੇ, ਤਾਂ ਜੋ ਜਿਹੜੀ ਕਿਸਾਨਾਂ ਦੀ ਜਿਣਸ ਹੈਗੀ ਆ ਉਹਨਾਂ ਨੂੰ ਵੀ ਇਸ ਗੱਲ ਦੀ ਸ਼ੋਰਟੀ ਹੋ ਸਕੇ ਕਿ ਉਹ MSP ਰੇਟ ਜੋ ਕਿ ਸਰਕਾਰ ਵੱਲੋਂ ਤੈਅ ਕੀਤੇ ਜਾਂਦੇ ਹਨ ਉਹਨਾਂ ਰੇਟਾਂ ਤੇ ਹੀ ਉਹਨਾਂ ਦੀ ਫਸਲ ਜਿਹੜੀ ਹੈਗੀ ਮੰਡੀਆਂ ਦੇ ਵਿੱਚ ਵਿਕੇਗੀ। ਨਹੀਂ ਤਾਂ ਇਹਨਾਂ ਸਭਾਵਾਂ ਦਾ ਜਿਹੜਾ ਟੀਚਾ ਹੈਗਾ ਉਹ ਦਿੱਲੀ ਘੇਰਨ ਦਾ ਆ ਔਰ ਜਲਦ ਹੀ ਉਹ ਦਿੱਲੀ ਵੱਲ ਨੂੰ ਕੂਚ ਕਰਨਗੇ। ਮੈਂ ਨੀਰਜ, ਕੈਮਰਾਮੈਨ ਚਿਰਾਗ ਦੇ ਨਾਲ, ਸਾਂਝਾ ਮੁੱਦਾ TV। ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਰਾਏ ਜੁਝਾਰ, ਤੁਸੀਂ ਦੇਖ ਰਹੇ ਹੋ ਹੱਕ ਸੱਚ ਦਾ ਸਾਂਝਾ ਮੁਹਾਜ, ਸਾਂਝਾ ਮੁੱਦਾ। ਥੈਂਕ ਯੂ ਸੋ ਮਚ।